LBS ਨਿਊਜ਼ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਕਿ ਜਿੱਥੇ ਥਾਵਾਂ-ਥਾਵਾਂ ਤੇ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਬਾਬਾ ਬੁੱਢਾ ਦੀ ਸ਼੍ਰੋਮਣੀ ਗ੍ਰੰਥੀ ਸਭਾ ਦੇ ਪ੍ਰਧਾਨ ਮੌਜੂਦ ਹਨ। ਪ੍ਰਧਾਨ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਰਬਾਰ ਸਾਹਿਬ ਬੇਅਦਬੀ ਦੀ ਘਟਨਾਵਾਂ ਵਾਪਰਦੀਆਂ ਹਨ ਔਰ ਥਾਵਾਂ-ਥਾਵਾਂ ਤੇ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਹਨ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਵੇਖੋ ਜੀ, ਉਹਨਾਂ ਬਾਰੇ ਮੈਂ ਕੀ ਕਹਾਂ ਵੀ ਇਹ ਤਾਂ ਕੁਛ ਸੋਚੀ ਸਮਝੀ ਸਾਜ਼ਿਸ਼ ਆ ਜੀ। ਸਿੱਖ ਕੌਮ ਨੂੰ ਟਾਰਗੇਟ ਬਣਾਇਆ ਜਾ ਰਿਹਾ, ਕੁਝ ਏਜੰਸੀਆਂ ਬਣਾ ਰਹੀਆਂ, ਕੁਝ ਸਿਆਸੀ ਲੋਕ ਬਣਾ ਰਹੇ ਨੇ। ਕੁਛ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਵੀ ਇਹ ਧਰਮ ਤੋਂ, ਸਿੱਖ ਧਰਮ ਨਾਲ ਤੋੜ ਕੇ ਲੋਕਾਂ ਨੂੰ ਹੀ ਆਪਣੇ ਨਾਲ ਜੋੜ ਕੇ ਅਸੀਂ ਆਪਣੀ ਤਫਰੀਹ ਵਧਾ ਲਈਏ। ਕੋਈ ਤਾਂ ਸ਼ਰੇਆਮ ਕਹਿ ਰਹੇ ਨੇ ਵੀ ਮਤਲਬ ਸਿੱਖ ਧਰਮ ਨਹੀਂ ਗਾ, ਇਹ ਸਾਡੇ ਵਿੱਚੋਂ ਨਿਕਲਿਆ, ਕੁਛ ਆ ਹੋਇਆ, ਕੁਛ ਐਸੀਆਂ ਗੱਲਾਂ ਹੁੰਦੀਆਂ ਨੇ। ਬਹੁਤ ਮੰਦਭਾਗੀ ਘਟਨਾ ਵਾ ਜੀ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਆ। ਬਹੁਤ ਦੁੱਖ ਆ, ਸਿੱਖਾਂ ਦੇ ਹਿਰਦੇ ਵਿਲੁੰਦਰੇ ਗਏ ਆ। ਸੋ ਇਹਦੇ 'ਤੇ ਕੋਈ ਠੋਸ ਸਿੱਖ ਕੌਮ ਨੂੰ ਰਲ ਕੇ ਫੈਸਲਾ ਲੈਣਾ ਚਾਹੀਦਾ ਵਾ। ਮੈਂ ਤਾਂ ਇਹ ਬੇਨਤੀ ਕਰਾਂਗਾ। ਕਪੂਰਥਲੇ ਦੇ ਵਿੱਚ ਘਟਨਾ ਵਾਪਰਦੀ ਹੈ, ਦੋਸ਼ੀ ਨੂੰ ਫੜਿਆ ਜਾਂਦਾ ਹੈ, ਸੰਗਤ ਵੱਲੋਂ ਮਾਰ ਦਿੱਤਾ ਜਾਂਦਾ। ਜਿਹੜਾ ਪਰਚਾ ਹੈ ਗ੍ਰੰਥੀ ਸਿੰਘ ਦੇ ਉੱਤੇ ਹੁੰਦਾ ਹੈ, ਬੇਸ਼ੱਕ ਦੀ ਸੰਗਤ ਵੱਲੋਂ ਦਬਾਅ ਪਾ ਕਰਕੇ ਉਹ ਪਰਚੇ ਨੂੰ ਰੱਦ ਕਰਵਾ ਦਿੱਤਾ ਜਾਂਦਾ ਹੈ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹਦੇ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਉੱਥੋਂ ਦੀ ਪ੍ਰਬੰਧਕਾਂ ਨੂੰ, ਸਮੁੱਚੀ ਸੰਗਤ ਨੂੰ, ਉਸ ਨਗਰ ਦੀ ਨੂੰ, ਇਲਾਕੇ ਦੀ ਨੂੰ ਨਮਸਕਾਰ ਕਰਦਾ ਜੀ, ਜਿਨ੍ਹਾਂ ਨੇ ਏਕਤਾ ਦਾ ਸਬੂਤ ਦੇ ਕੇ ਕਿ ਮੇਰੀ ਤੇਰੀ ਤੋਂ ਉੱਪਰ ਉੱਠ ਕੇ ਗ੍ਰੰਥੀ ਸਿੰਘ ਦੀ ਹੈਲਪ ਕੀਤੀ ਆ, ਪਰਚੇ ਤੋਂ ਉਹਨੂੰ ਬਚਾਇਆ ਵਾ। ਗ੍ਰੰਥੀ ਦਾ ਉਹਦੇ ਵਿੱਚ ਕੀ ਕਸੂਰ ਆ? ਹੁਣ ਗ੍ਰੰਥੀ ਦਾ ਇਕੱਲੇ ਨੂੰ ਟਾਰਗੇਟ ਬਣਾਇਆ ਜਾਂਦਾ। ਪੁਲਿਸ ਪ੍ਰਸ਼ਾਸਨ ਤਾਂ ਬੜਾ ਕੁਝ ਕਹਿ ਰਿਹਾ ਵੀ ਉਹ ਨਹੀਂ, ਇਸ ਤਰ੍ਹਾਂ ਅਸੀਂ ਉਹ ਚੋਰੀ ਕਰਨ ਆਇਆ ਫਲਾਣਾ। ਇਹਦਾ ਮਤਲਬ ਪੁਲਿਸ ਨੂੰ ਦੱਸ ਕੇ ਆਇਆ ਚੋਰੀ ਕਰਨ ਵਾਸਤੇ? ਜੀ, ਇਹਦਾ ਪੁਲਿਸ ਵਾਲੇ ਨੇ ਕਹਿ ਦਿੱਤਾ ਵੀ ਉਹ ਚੋਰੀ ਕਰਨ ਵਾਸਤੇ ਆਇਆ ਸੀਗਾ? ਇਹਦਾ ਮਤਲਬ ਪਤਾ ਸੀ ਉਹਨਾਂ ਨੂੰ, ਚੋਰ ਛੱਡੇ ਹੋਏ ਉਹਨਾਂ ਨੇ, ਤਾਂ ਹੀ ਉਹਨਾਂ ਨੇ ਇਹ ਗੱਲ ਬਣਾਈ ਹੈ ਨਾ। ਅਤੇ ਜੇ ਉਹਦੇ ਜਿਹੜੀ ਪਰਚਾ ਗ੍ਰੰਥੀਆਂ ਦੇ ਉੱਤੇ ਹੋ ਰਹੇ ਨੇ, ਨਜਾਇਜ਼ ਹੋ ਰਹੇ ਨੇ, ਗਲਤ ਜਾਂ ਕਰਮ, ਕਿਉਂਕਿ ਗ੍ਰੰਥੀ ਦਾ ਕਸੂਰ ਇਹਦੇ ਵਿੱਚ ਕੋਈ ਨਹੀਂ ਗਾ। ਗ੍ਰੰਥੀ ਹੁਣ ਸੇਵੇ ਪ੍ਰਕਾਸ਼ ਕਰੇ, ਉਦੋਂ ਵੀ ਇਕੱਲਾ ਆਪੇ ਚੌਰ ਸਾਹਿਬ ਫੜਦਾ, ਆਪੇ ਗੁਰੂ ਸਾਹਿਬ ਨੂੰ ਸੀਸ ਦੇ ਉੱਤੇ ਸੁਭਾਇਮਾਨ ਕਰਕੇ ਪ੍ਰਕਾਸ਼ ਵਾਲੇ ਸਥਾਨ 'ਤੇ ਲੈ ਕੇ ਆਉਂਦਾ। ਸ਼ਾਮ ਨੂੰ ਵੀ ਉਹ ਇਕੱਲਾ ਹੀ ਸੇਵਾ ਕਰਦਾ ਵਾ। ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਚਾਹੀਦਾ ਵੀ ਘੱਟੋ ਘੱਟ 5 ਸਿੰਘ, 4-5 ਸਿੰਘ ਉੱਥੇ ਹਾਜ਼ਰ ਰੱਖਣ, ਜਿਹੜੇ ਨਾਲ ਸੇਵਾ ਵੀ ਕਰਵਾਉਣ ਅਤੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਮੁੱਖ ਰੱਖਦੇ ਉੱਥੇ ਹਾਜ਼ਰ ਵੀ ਰਿਹਾ ਕਰਨ। ਪ੍ਰਧਾਨ ਜੀ, ਤੁਸੀਂ ਗੁਰੂ ਘਰਾਂ ਦੇ ਪ੍ਰਬੰਧ, ਉਹ ਗ੍ਰੰਥੀ ਸਿੰਘਾਂ ਦੀ ਰੋਜ਼ਾਨਾ ਤੁਹਾਡੇ ਨਾਲ ਗੱਲਬਾਤ ਹੁੰਦੀ ਰਹਿੰਦੀ ਆ। ਇਹ ਜਿਹੜੀਆਂ ਬੇਅਦਬੀਆਂ ਹੋ ਰਹੀਆਂ, ਗੁਰੂ ਸਾਹਿਬ ਦਾ ਸਤਿਕਾਰ ਬਹਾਲ ਨਹੀਂ ਹੋ ਰਿਹਾ, ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਹਨ? ਇਹਦੇ ਬਾਰੇ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਾ ਵਾਂ ਵੀ ਮਨਸੂਬੇ ਲੋਕਾਂ ਦੇ ਇਹ ਆ ਵੀ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਤੋਂ ਵਿਸ਼ਵਾਸ ਉੱਠ ਜਾਵੇ। ਜੀ। ਅਤੇ ਜਦੋਂ ਇਹਨਾਂ ਦਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ 'ਤੇ, ਇਹ ਤਾਂ ਰੋਜ਼ ਦਾ ਹੀ ਕੰਮ, ਬੇਅਦਬੀਆਂ ਹੋਣਗੀਆਂ, ਜ਼ਿਆਦਾ ਤੋਂ ਜ਼ਿਆਦੀਆਂ ਬੇਅਦਬੀਆਂ ਹੋਣਗੀਆਂ, ਲੋਕ ਉਹ ਕਹਿਣਗੇ ਵੀ ਇਹ ਤਾਂ ਰੋਜ਼ ਦਾ ਹੀ ਕੰਮ ਹੈ, ਕੋਈ ਗੱਲ ਨਹੀਂ। ਅਤੇ ਵਿਸ਼ਵਾਸ ਉੱਠ ਜਾਏਗਾ ਅਤੇ ਗੁਰੂ ਸਾਹਿਬ ਨੂੰ ਤੋੜਨ ਦਾ ਸਿਧਾਂਤਕ ਤੌਰ 'ਤੇ ਗੁਰੂ ਸਾਹਿਬ ਦੇ ਨਾਲੋਂ ਸਾਨੂੰ ਤੋੜਨ ਦਾ ਯਤਨ ਕੀਤਾ ਜਾ ਰਿਹਾ। ਕੁਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ, ਜਿਹਦੇ ਉੱਤੇ ਸਾਡੀਆਂ ਕਈ ਸਿਰਮੌਰ ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਆਉਂਦੀਆਂ, ਚੁੱਪ ਖਾਮੋਸ਼ ਹੋ ਕੇ ਤਮਾਸ਼ਾ ਵੇਖਣ ਦੀਆਂ ਨੇ। ਅਤੇ ਜਿਹੜੇ ਕੋਈ ਵਿਚਾਰੇ ਸੁਰਜੀਤ ਨੇ, ਜਿਹੜੇ ਮਤਲਬ ਜਾਗਰੂਕਤਾ ਵਾਲੇ ਨੇ, ਜਾਗਣ ਵਾਲੇ ਨੇ, ਉਹ ਵਿਚਾਰੇ ਜਦੋਂ ਸਾਹਮਣੇ ਆਉਂਦੇ ਨੇ ਫਿਰ ਉਹਨਾਂ ਨੂੰ ਡਾਂਗਾਂ ਦਾ ਪ੍ਰਸ਼ਾਦ ਮਿਲ ਜਾਂਦਾ ਵਾ। ਬੇਅਦਬੀਆਂ ਦਾ ਸਿਲਸਿਲਾ ਬਹੁਤ ਨਿੰਦਣਯੋਗ ਆ। ਸੋ ਸਾਰੇ ਖਾਲਸਾ ਪੰਥ ਨੂੰ ਇਕੱਤਰ ਹੋ ਕਰਕੇ ਇਹਦੇ 'ਤੇ ਕੋਈ ਠੋਸ ਕਦਮ ਚੁੱਕਣਾ ਚਾਹੀਦਾ। ਸਾਨੂੰ ਸਿਧਾਂਤਾਂ ਨਾਲੋਂ ਤੋੜਿਆ ਜਾ ਰਿਹਾ, ਗਾਏ ਬਗਾਏ ਸ਼ਾਸਨਾਂ ਰਚ ਕੇ ਕਿਤੇ ਡੇਰਾਵਾਦ ਤਿਆਰ ਕੀਤਾ ਜਾਂਦਾ ਵਾ, ਕਿਤੇ ਕਈ ਤਰ੍ਹਾਂ ਦੇ ਪੀਰਾਂ ਦੀਆਂ ਜਗ੍ਹਾ ਦੇ ਉੱਤੇ ਮੇਲੇ ਲਵਾਏ ਜਾਂਦੇ ਨੇ, ਕਈ ਕੁਛ ਕੀਤੇ ਜਾਂਦੇ ਨੇ। ਇਸ ਕਰਕੇ ਇਹ ਘਟਨਾ ਇਹੋ ਜਿਹੀਆਂ ਉਹਨਾਂ ਚਿਰ ਹੁੰਦੀਆਂ ਹੀ ਰਹਿਣਗੀਆਂ ਜਿੰਨਾ ਚਿਰ ਸਾਡੀ ਕੌਮ ਸੁੱਤੀ ਰਹੇਗੀ। ਸਾਰਾ ਖਾਲਸਾ ਪੰਥ ਨੂੰ ਜਾਗਣਾ ਚਾਹੀਦਾ। ਪ੍ਰਧਾਨ ਜੀ, ਅਕਾਲ ਤਖਤ ਸਾਹਿਬ ਵੱਲੋਂ ਹੁਕਮ ਜਾਰੀ ਹੁੰਦਾ ਹੈ ਕਿ ਜਿਹੜੇ ਲੋਕਲ ਗੁਰੂ ਘਰਾਂ ਦੇ ਪ੍ਰਬੰਧ ਆ, ਸੁਰੱਖਿਆ ਨੂੰ ਲੈ ਕੇ ਜਿਹੜੇ ਪ੍ਰਬੰਧ ਉਹਨਾਂ ਦੇ ਵਿੱਚ ਵਾਧਾ ਕੀਤਾ ਜਾਵੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਭਾਈ ਸਾਹਿਬ ਜੀ, ਜਿਹੜਾ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਇਆ, ਇਹ ਕੋਈ ਕੱਜ ਇੱਕ ਵਾਰ ਨਹੀਂ ਹੋਇਆ। 2015 ਤੋਂ ਬੇਅਦਬੀਆਂ ਦਾ ਸਿਲਸਿਲਾ ਜਾਰੀ ਹੋਇਆ ਵਾ। ਅਤੇ ਅਕਾਲ ਤਖਤ ਸਾਹਿਬ ਤੋਂ ਬਕਾਇਦਾ ਇਹ ਗੱਲ ਕਹੀ ਗਈ ਹੈ ਵੀ ਉੱਥੇ ਕੈਮਰੇ ਚੰਗੇ ਲਾਏ ਜਾਣ, ਉੱਥੇ ਪ੍ਰਬੰਧ ਕੀਤਾ ਜਾਵੇ, ਉੱਥੇ ਪਹਿਰਾ ਦਿੱਤਾ ਜਾਵੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਿੰਘ ਸਾਹਿਬਾਨਾਂ ਨਾਲ ਮੀਟਿੰਗ ਕਰਕੇ, ਵਿਚਾਰ ਕਰਕੇ ਅਤੇ ਹੁਕਮਨਾਮਾ ਸੰਗਤ ਨੂੰ, ਪੰਥ ਨੂੰ ਦੇ ਦੇਣਾ ਹੈ, ਸੰਦੇਸ਼ ਦੇ ਦੇਣਾ ਵੀ ਭਾਈ ਆਹ ਕਾਰਜ ਕਰੋ। ਹੁਣ ਅਕਾਲ ਤਖਤ ਦੇ ਜਥੇਦਾਰ ਨੇ ਘਰ ਘਰ ਹਰ ਗੁਰਦੁਆਰੇ 'ਚ ਜਾ ਕੇ ਆਪ ਲਾਗੂ ਥੋੜ੍ਹਾ ਕਰਾਉਣਾ, ਇਹ ਸਾਡਾ ਫਰਜ਼ ਬਣਦਾ ਹੈ। ਸਾਡਾ ਪ੍ਰਬੰਧਕ ਕਮੇਟੀਆਂ ਦਾ ਇੱਥੇ ਕੀ ਆ, ਕਿਉਂਕਿ ਸਾਡੀਆਂ ਬਹੁਤਾਤ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਨੇ ਉਹ ਸਿਆਸਤ ਤੋਂ ਪ੍ਰਭਾਵਿਤ ਆ। ਜਿਹੜੀ ਪਾਰਟੀ ਦਾ ਉੱਤੇ MLA ਬਣ ਗਿਆ, ਉਸੇ ਪਾਰਟੀ ਦਾ ਪਿੰਡ ਦਾ ਸਰਪੰਚ ਆ, ਜਿਹੜੀ ਪਾਰਟੀ ਦਾ ਸਰਪੰਚ ਬਣਿਆ ਉਸੇ ਪਾਰਟੀ ਦਾ ਗੁਰਦੁਆਰੇ ਦਾ ਪ੍ਰਧਾਨ ਆ। ਅਤੇ ਜਦੋਂ ਗੁਰਦੁਆਰੇ ਦਾ ਪ੍ਰਧਾਨ ਪਾਰਟੀ ਨਾਲ ਜੁੜਿਆ ਹੋਇਆ ਅਤੇ ਉਹ ਗ੍ਰੰਥੀ ਦੀ ਪਰਵਾਹ ਨਹੀਂ ਕਰਦਾ। ਉਹ ਕਹਿੰਦਾ ਕੋਈ ਗੱਲ ਨਹੀਂ, ਮੇਰੇ ਤਾਂ ਫੋਨ 'ਤੇ ਥਾਣੇਦਾਰ ਭੱਜਾ ਫਿਰਦਾ ਹੈ।
ਜੀ ਇਹ ਚੀਜ਼ਾਂ ਜਿਹੜੀਆਂ ਸਾਨੂੰ ਇਹਨਾਂ ਤੋਂ ਉੱਪਰ ਉੱਠ ਕੇ ਸਾਨੂੰ ਇਹ ਕਾਰਜ ਕਰਨੇ ਪੈਣਗੇ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਕਿ ਗੁਰੂ ਸਾਹਿਬ ਦੀ, ਗੁਰੂ ਪੰਥ ਦੀ ਸੇਵਾ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਜਿਹੜੀ ਆ, ਇਹ ਕੋਈ ਛੋਟੀ ਮੋਟੀ ਗੱਲ ਨਹੀਂ ਕਿ ਇਹ ਬਹੁਤ ਵੱਡੀ ਗੱਲ ਆ। ਮਤਲਬ ਸਾਡੇ ਜੀਵਨ ਨਾਲੋਂ ਕਈ ਗੁਣਾ ਉੱਤਮ ਆਏ। ਇਹਨੂੰ ਸਾਨੂੰ ਵੇਖਣਾ ਪਵੇਗਾ। ਮੈਂ ਪ੍ਰਬੰਧਕ ਕਮੇਟੀਆਂ ਨੂੰ ਹਰ ਵਾਰੀ ਬੇਨਤੀ ਕਰਦਾ ਰਿਹਾ ਵਾਂ ਵੀ ਭਾਈ ਇਹ ਕੰਮ ਸਾਡਾ ਵਾ, ਕਿ ਜਿਹੜਾ ਹੁਕਮ ਅਕਾਲ ਤਖਤ ਸਾਹਿਬ ਤੋਂ ਆਇਆ ਵਾ ਉਸ ਹੁਕਮ ਨੂੰ ਅਸੀਂ ਸਿਰ ਝੁਕਾ ਕੇ ਪਿਆਰ ਨਾਲ ਮੰਨੀਏ, ਤਾਂ ਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਅਸੀਂ ਸੇਵਾ ਕਰੀਏ। ਅਸੀਂ ਸਿੱਖ ਹੋਣ ਦੇ ਨਾਤੇ ਨਾਨਕ ਨਾਮ ਲੇਵਾ ਸਿੱਖ ਜਿੱਥੇ ਵੀ ਹੈਗਾ ਹੈ, ਦੇਸ਼ ਵਿੱਚ ਆ, ਵਿਦੇਸ਼ ਵਿੱਚ ਆ, ਪਿੰਡਾਂ ਵਿੱਚ ਆ, ਸ਼ਹਿਰਾਂ ਵਿੱਚ ਆ, ਕਸਬਿਆਂ ਵਿੱਚ, ਕਿਤੇ ਵੀ ਜਿੱਥੇ ਬੈਠਾ ਹੈ, ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਤੇ ਅਕਾਲ ਤਖਤ ਦਾ ਹੁਕਮ ਮੰਨਣਾ ਉਹਦਾ ਪਹਿਲਾ ਕਰਤੱਵ ਆ। ਠੀਕ ਹੈ। ਦੂਸਰੀ ਬੇਨਤੀ ਇਹ ਆ ਵੀ ਪ੍ਰਬੰਧਕ ਕਮੇਟੀਆਂ ਜਿਹੜੀਆਂ ਨੇ ਉਹ ਗ੍ਰੰਥੀਆਂ ਦੇ ਉੱਤੇ ਸੁੱਟ ਦਿੰਦੀਆਂ ਨੇ। ਗ੍ਰੰਥੀ ਲੱਭਦੇ ਸਸਤਾ ਹੋਵੇ, ਅਬਲ ਤਾਂ ਫਰੀ ਵਾਲਾ ਹੋਵੇ, ਨਹੀਂ ਤੇ ਸਸਤੇ ਤੋਂ ਸਸਤਾ ਲਈਏ। ਇੱਕ ਕਹਿੰਦਾ ਬਾਬਾ ਜੀ ਮੇਰਾ ਸਰਦਾ, ਪ੍ਰਧਾਨ ਜੀ ਮੇਰਾ ਸਰਦਾ ਨਹੀਂ, ਕਹਿੰਦਾ ਤੂੰ ਜਾਂ ਦੂਜਾ ਸਾਨੂੰ ਹੋਰ ਤੇ ਤੋਂ ਸਸਤਾ ਮਿਲਣ ਦਿਆ। ਕੰਮ ਇਹ ਚੱਲ ਰਿਹਾ ਵਾ। ਜਦੋਂ ਗ੍ਰੰਥੀ ਸਸਤੇ ਹੋਣਗੇ ਤੇ ਗ੍ਰੰਥੀਆਂ ਵਿਚਾਰਿਆਂ ਨੇ ਫਿਰ ਗੁਰਦੁਆਰੇ ਕਿੰਨਾ ਕੁ ਚਿਰ ਦੇਖ ਕਰਨਗੇ। ਸਵੇਰੇ ਸ਼ਾਮ ਉਹਨਾਂ ਨਿਤਨੇਮ ਕਰਨਾ, ਫਿਰ ਉਹਨੇ ਕਿਤੇ ਡਿਊਟੀ ਲੱਭਣੀ, ਕੋਈ ਹੋਰ ਆਰ ਲੱਭਣਾ, ਪਰਿਵਾਰ ਨੂੰ ਚਲਾਉਣਾ। ਤਾਂ ਦੀ ਇੱਕ ਗੱਲ ਇੱਥੇ ਪੁੱਛਣੀ ਚਾਹੂੰਗਾ ਕਿ ਜਿਹੜੇ ਲੋਕਲ ਗੁਰੂ ਘਰਾਂ ਵਿੱਚ ਗ੍ਰੰਥੀ ਸਿੰਘ ਸੇਵਾ ਨਿਭਾ ਰਹੇ, ਉਹਨਾਂ ਦੀ ਤਨਖਾਹ ਕਿੰਨੀ ਕੁ ਹੋਏਗੀ? ਤਨਖਾਹ ਭਾਈ ਸਾਹਿਬ ਜੀ ਮੈਂ ਤੁਹਾਨੂੰ ਕੀ ਦੱਸਾਂ, ਤਨਖਾਹ 10 ਰੁਪਈਏ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਘੱਟੋ ਘੱਟ ਮੈਂ ਬੇਨਤੀ ਕਰਦਾ ਸਮੁੱਚੀ ਸਿੱਖ ਪੰਥ ਨੂੰ, ਸਿੱਖ ਕੌਮ ਨੂੰ, ਵੀ ਜਿੱਥੇ ਜਿੱਥੇ ਗੁਰੂ ਘਰ ਬਣੇ ਨੇ, ਤੁਸੀਂ ਬਣਾਏ ਨੇ ਆਪਣੀ ਸੁਵਿਧਾ ਵਾਸਤੇ ਬਣਾਏ, ਵੀ ਗੁਰੂ ਦੀ ਗੋਦ ਦਾ ਆਨੰਦ ਮਾਣਿਆ ਕਰਾਂਗੇ, ਗੁਰਬਾਣੀ ਕੀਰਤਨ ਸੁਣਿਆ ਕਰਾਂਗੇ। ਜੇ ਉੱਥੇ ਗ੍ਰੰਥੀ, ਰਾਗੀ ਸਿੰਘ, ਪ੍ਰਚਾਰਕ, ਖੰਡ ਪਾਠੀ ਕੋਈ ਵੀ ਤੁਸੀਂ ਨਿਯੁਕਤ ਕੀਤਾ ਏ, ਉਹਦਾ ਘੱਟੋ ਘੱਟ ਇੰਨਾ ਖਿਆਲ ਰੱਖੋ ਵੀ ਉਹਦੀ ਉਪਜੀਵਕਾ ਸੁਖੈਨ ਚੱਲੇ, ਤਾਂ ਕਿ ਉਹਨੂੰ ਆਸੇ-ਪਾਸੇ ਭੱਜ ਦੌੜ ਨਾ ਕਰਨੀ ਪਵੇ। ਨਿਸ਼ਕਾਮ ਉਹ ਵੀ ਸੇਵਾ ਕਰੇ। ਸੇਵਾ ਤਾਂ ਹੀ ਕਰੂਗੀ ਜਦੋਂ ਪੇਟ ਭਰਿਆ ਹੋਊਗਾ। ਅਤੇ ਗੁਰਬਾਣੀ ਕਹਿੰਦੀ ਭੁੱਖੇ ਭਗਤ ਨਾ ਕੀਜੇ, ਅਤੇ ਭੁੱਖੇ ਢਿੱਡੋਂ ਗ੍ਰੰਥੀ ਸੇਵਾ ਕੀ ਕਰੂਗੇ ਤੁਹਾਡੇ ਗ੍ਰੰਥੀਆਂ ਉੱਥੇ ਜਾ ਕੇ। ਪ੍ਰਧਾਨ ਜੀ, ਇੱਕ ਹਰਨੇਕ ਸਿੰਘ ਨੇਕੀ ਵੱਲੋਂ ਸੋਸ਼ਲ ਮੀਡੀਆ ਉੱਤੇ ਪੋਸਟ ਪਾਈ ਜਾਂਦੀ ਹੈ ਕਿ ਜਿਹੜੇ ਗ੍ਰੰਥੀ ਸਿੰਘ ਉਹਨਾਂ ਨੂੰ ਪੁਜਾਰੀ ਦਾ ਨਾਮ ਦਿੱਤਾ ਜਾਂਦਾ ਅਤੇ ਕਿਹਾ ਜਾਂਦਾ ਕਿ ਇਹ ਅਖੰਡ ਪਾਠ ਸਾਹਿਬ ਵੇਚਦੇ ਆ, ਇਹ ਦੁਕਾਨਦਾਰੀ ਇਹਨਾਂ ਦੀ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਆਓ ਆਪਾਂ ਤੁਰੇ ਜਾਣੇ ਨਾਲ। ਆਜ਼ਾਦ ਸਾਹਿਬ, ਗੱਲ ਆ ਵੀ ਮੈਂ ਉਹਨੂੰ ਕੀ ਆਖਾਂ, ਉਹ ਸਿਰ ਫਿਰੇ ਬੰਦੇ ਨੂੰ ਕਈ ਤਰ੍ਹਾਂ ਦੇ ਕਮੈਂਟ ਪੁੱਟੇ ਸਿੱਧੇ ਕਰਦਾ ਏ ਜੀ। ਅਖੰਡ ਪਾਠ ਕਿਸੇ ਵਿੱਚ ਹਿੰਮਤ ਹੈ ਕੋਈ ਖਰੀਦ ਲਵੇ? ਕੋਈ ਖਰੀਦਣ ਦੀ ਕਿਸੇ ਸੱਤਾ ਹੈਗੀ ਆ? ਇਹ ਤਾਂ ਸੇਵਾ ਸਤਿਗੁਰੂ ਲੈਂਦੇ ਆ ਜੀ। ਤੇ ਜਿਨ੍ਹਾਂ ਨੇ ਅਖੰਡ ਪਾਠ ਕਰਨੇ ਨੇ ਉਹਨੂੰ ਪੁੱਛਿਆ ਜਾਵੇ ਵੀ ਉਹਨਾਂ ਨੂੰ ਕੀ ਪੈਸੇ ਦੇਣਾ ਤੂੰ ਜੀ। ਉਹ ਪਰਿਵਾਰ ਵਾਲੇ ਨੇ ਜੀ। ਆਪਾਂ ਤਾਂ ਗੁਰਦੁਆਰੇ ਦੇ ਵਿੱਚ ਪਾਠੀ ਰੱਖਣ ਲੱਗਿਆ ਵੀ ਕਹਿੰਦੇ ਵੀ ਸਾਨੂੰ ਪਰਿਵਾਰ ਵਾਲਾ ਚਾਹੀਦਾ ਜੀ, ਛੜਾ ਛਾੜ ਨਹੀਂ ਚਾਹੀਦਾ ਜੀ। ਤੇ ਜੇ ਪਰਿਵਾਰ ਵਾਲਾ ਤੇ ਪਰਿਵਾਰ ਨੂੰ ਪੇਟ ਵੀ ਲੱਗਾ ਹੈ ਜੀ। ਜੀ। ਅਖੰਡ ਪਾਠ ਦੀ ਜਿਹੜੀ ਭੇਟਾ ਦੀ ਉਹਨੇ ਗੱਲ ਕੀਤੀ, ਮੈਂ ਕਮੈਂਟ ਪੜ੍ਹਿਆ ਸੀਗਾ ਉਹਦਾ ਵੀ। ਜੀ। ਅਖੰਡ ਪਾਠ ਅਸੀਂ ਪਾਠੀ ਕਿਸੇ ਦੇ ਘਰੇ ਜਾ ਕੇ ਕਹਿੰਦੇ ਵੀ ਬਦੋਂ ਅਸੀਂ ਅਖੰਡ ਪਾਠ ਕਰਨਾ ਤੁਹਾਡੇ ਘਰੇ, ਸਾਨੂੰ ਪੈਸੇ ਦੇ ਕੇ ਅਖੰਡ ਪਾਠ ਕਰਾਓ। ਕੋਈ ਗ੍ਰੰਥੀ ਕਹਿੰਦਾ? ਇਹ ਤੁਸੀਂ ਲੋਕ ਕਰਾਉਂਦੇ ਜੋ ਤੁਸੀਂ ਕਰਦੇ ਆ। ਗ੍ਰੰਥੀਆਂ ਪਾਠੀਆਂ ਕੋਲੋਂ ਦਰਬਾਰ ਸਾਹਿਬ ਕਿੰਨੇ ਅਖੰਡ ਪਾਠ ਚੱਲਦੇ ਨੇ। ਜਿਨ੍ਹਾਂ ਨੇ ਅਖੰਡ ਪਾਠ ਬੁੱਕ ਕਰਾਏ ਉਹਨਾਂ ਨੂੰ ਪਤਾ ਹੀ ਨਹੀਂਗਾ ਵੀ ਅਸੀਂ ਸਾਡੀ ਤਰੀਕ ਲੰਘੀ ਹੋਈ ਹੈ। ਉਹਨਾਂ ਨੂੰ ਚੇਤਾ ਹੀ ਨਹੀਂ ਸਾਡਾ ਅਖੰਡ ਪਾਠ ਵੀ ਅਸੀਂ ਅਖੰਡ ਪਾਠ ਬੁੱਕ ਕਰਾਇਆ ਸੀਗਾ। ਪਰ ਉਹਨਾਂ ਦੀ ਅਰਦਾਸਾਂ ਹੋ ਰਹੀਆਂ ਨੇ, ਸਰਬੱਤ ਭਲੀ ਦੀ ਅਰਦਾਸ ਹੋ ਰਹੀ ਆ। ਉਹ ਅਖੰਡ ਪਾਠ ਦੀ ਸੇਵਾ ਦੇ ਕੇ ਜਾਂਦੇ ਨੇ, ਪ੍ਰਬੰਧਕਾਂ ਨੂੰ ਜਮ੍ਹਾਂ ਕਰਵਾ ਕੇ ਜਾਂਦੇ ਨੇ। ਉਹ ਅਖੰਡ ਪਾਠੀਆਂ ਨੂੰ ਉੱਥੇ ਤਨਖਾਹਾਂ ਮਿਲਦੀਆਂ ਨੇ। ਇਹ ਅਖੰਡ ਪਾਠ ਦੀ ਜਿਹੜੀ ਭੇਟਾ ਜੀ, ਜਿਹੜੀ ਗੱਲ ਪੁਜਾਰੀ ਦੀ ਆ, ਇਹ 'ਚ ਕੋਈ ਸ਼ੱਕ ਨਹੀਂ ਅਸੀਂ ਪੁਜਾਰੀ ਹਾਂ, ਕਿਉਂਕਿ ਅਸੀਂ ਆਪਣੇ ਗੁਰੂ ਦੀ ਪੂਜਾ ਕਰਦੇ ਹਾਂ, ਮੰਨਦੇ ਹਾਂ ਆਪਣੇ ਗੁਰੂ ਨੂੰ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਪਰਮੇਸ਼ਰ ਦਾ ਰੂਪ ਆ, ਉੱਥੇ ਪਰਮੇਸ਼ਰ ਕਾ ਥਾਨ, ਉਹਨੂੰ ਪਰਮੇਸ਼ਰ ਕਰਕੇ ਉਹਨੂੰ ਪੂਜਦੇ ਅਸੀਂ, ਸਤਿਕਾਰ ਦਿੰਦੇ ਨਾਲ ਉਹਨੂੰ। ਪ੍ਰਧਾਨ ਜੀ, ਇੱਕ ਚੀਜ਼ ਮੈਂ ਵੇਖੀ ਕਿ ਜਿਹੜਾ ਦਰਬਾਰ ਸਾਹਿਬ ਅਖੰਡ ਪਾਠ ਸਾਹਿਬ ਹੁੰਦੇ ਆ, ਉਹਦੀ 9500 10,000 ਦੇ ਕਰੀਬ ਭੇਟਾ, ਹੋਰ ਵੀ ਬਹੁਤ ਸਾਰੀ ਸੇਵਾ ਕਰਕੇ ਜਾਂਦੇ ਲੋਕ। ਜਿਹੜੇ ਲੋਕਲ ਗੁਰੂ ਘਰ ਉਹਨਾਂ ਦੇ ਵਿੱਚ ਕਿੰਨੀ ਕੁ ਭੇਟਾ ਚੱਲਦੀ ਪਈ ਹੈ? ਇਹ ਤਾਂ ਕੁਛ ਵੀ ਨਹੀਂ, 9500 ਭੇਟਾ ਕੁਛ ਵੀ ਨਹੀਂ। ਜੇ ਆਪਾਂ ਅਖੰਡ ਪਾਠ ਸਾਹਿਬ ਦੀ ਮਹਾਨਤਾ ਨੂੰ ਜਾਣੀਏ ਨਾ, ਵੀ ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਕੀ ਬਾਣੀ ਦੀ ਮਹਾਨਤਾ ਨੂੰ ਵੇਖੀਏ ਨਾ, ਤੇ ਇਹ ਤਾਂ ਕੁਛ ਵੀ ਨਹੀਂਗਾ। ਭਾਈ ਗੋਪਾਲਾ ਜੀ ਨੇ ਇੱਕ ਜਪਜੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਨੂੰ ਸੁਣਾਇਆ ਸੀਗਾ, ਤੇ ਉਹਨਾਂ ਦਿਸ਼ਾਲੇ ਭੇਟ ਕੀਤੇ ਸੀਗੇ। ਉਹ ਨਮਸਕਾਰ ਕੀਤੀ ਸੀ ਉਹਨਾਂ ਨੇ ਉੱਠ ਕੇ। ਇਹ ਤਾਂ ਗੱਲ ਹੀ ਕੋਈ ਨਹੀਂ ਕਿ 5-7 ਹਜ਼ਾਰ 10,000 ਰੁਪਈਆ ਉਪਜੀਵਕਾ ਵਾਸਤੇ ਜਿਹੜੀ ਗੱਲ ਆ, ਮੈਂ ਕਹਾਂਗਾ ਵੀ ਵੱਧ ਤੋਂ ਵੱਧ ਭੇਟਾ ਹੋਣੀ ਚਾਹੀਦੀ ਆ, ਵੀ ਜਿਹਦੇ ਵਿੱਚ ਜਿਹੜੇ ਮਤਲਬ 6 ਪਾਠੀ ਸਿੰਘ ਲੱਗਦੇ ਨੇ, ਗ੍ਰੰਥੀ ਸਿੰਘ ਹੁੰਦਾ ਵਾ, ਰਾਗੀ ਸਿੰਘ ਹੁੰਦੇ ਨੇ, ਇਹਨਾਂ ਸਾਰਿਆਂ ਦਾ ਮਿਲਾ ਕੇ ਵੱਧ ਤੋਂ ਵੱਧ ਵੀ ਜਿਹੜਾ ਉਹਨਾਂ ਦਾ ਪਰਿਵਾਰਕ ਗੁਜ਼ਾਰਾ ਚੰਗਾ ਹੋ ਸਕੇ, ਵੱਧ ਤੋਂ ਵੱਧ ਹੋਣੀ ਚਾਹੀਦੀ, ਜਿੰਨੀ ਵੀ ਸੰਗਤ ਕਰ ਸਕੇ। ਕੋਈ ਇਹਦੇ 'ਚ ਲਿਮਿਟ ਨਹੀਂ ਹੋਣੀ ਚਾਹੀਦੀ ਵੀ ਇੰਨੀ ਹੋਣੀ ਚਾਹੀਦੀ ਆ। ਇਹਦਾ ਸਤਿਕਾਰ ਜਿੰਨਾ ਸੰਗਤਾਂ ਗੁਰੂ ਕੀਆਂ ਕਰਨਗੀਆਂ, ਗੁਰੂ ਕੇ ਵਜ਼ੀਰ ਜਾਣ ਕੇ। ਅਤੇ ਮੈਂ ਇਹ ਵੀ ਬੇਨਤੀ ਕਰਾਂਗਾ ਤੁਹਾਡੇ ਚੈਨਲ ਦੇ ਰਾਹੀਂ, ਬੇਨਤੀ ਕਰਾਂਗਾ ਅਖੰਡ ਪਾਠੀ ਗ੍ਰੰਥੀ ਸਿੰਘਾਂ ਨੂੰ ਵੀ ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਕੀ ਬਾਣੀ ਦਾ ਜਾਪ ਕਰਿਆ। ਜਿਹੜੇ ਗੁਰਮਤਿ ਤੋਂ ਅਣਜਾਣ ਵਿਅਕਤੀ ਆ, ਜਿਹੜੇ ਉੱਥੇ ਗੁਰੂ ਘਰਾਂ ਦੇ ਵਿੱਚ ਸੇਵਾ ਨਿਭਾ ਰਹੇ ਆ,
ਕਮੇਟੀਆਂ ਵੀ ਉਹਨਾਂ ਨੂੰ ਸੋਹਣਾ ਐਕਸੈਪਟ ਕਰਦੀਆਂ, ਕੋਈ ਕਿੰਤੂ ਪਰੰਤੂ ਵੀ ਨਹੀਂ ਉਹਨਾਂ ਜਿਹੜਾ ਸਿੱਖ ਕੇ ਸਾਲਾਂ ਦੇ ਵਿੱਚੋਂ ਜਾਂ ਸੰਪਰਦਾਵਾਂ ਦੇ ਵਿੱਚੋਂ ਸਿੱਖ ਕੇ ਕੋਈ ਸੇਵਾ ਕਰਦਾ ਉਹਦੇ ਉੱਤੇ ਕਿੰਤੂ ਪਰੰਤੂ ਬਹੁਤ ਸਾਰਾ ਹੁੰਦਾ। ਵੇਖੋ ਭਾਈ ਸਾਹਿਬ ਜੀ, ਜਿਹੜੀਆਂ ਕਹਿੰਦੇ ਨਾ ਪਾਪੀ ਕੱਚੇ ਨੇ ਸਿੰਘ ਜਿਹੜੇ ਗੁਰਬਾਣੀ ਨਹੀਂ ਸੁੱਧ ਪੜ੍ਹਦੇ, ਉਹਨਾਂ ਨੂੰ ਚੰਗੇ ਉਸਤਾਦਾਂ ਦੀ ਘਾਟ ਹੁੰਦੀ, ਕਿਉਂਕਿ ਬਹੁਤ ਕਈਆਂ ਥਾਵਾਂ 'ਤੇ ਵੇਖਣ ਵਿੱਚ ਆਉਂਦਾ ਵੀ ਕਈ ਬੰਦਿਆਂ ਨੂੰ ਪੰਜਾਬੀ ਪੜ੍ਹਨੀ ਆ ਗਈ ਹੈ ਜੀ, ਠੀਕ ਆ ਅਸੀਂ ਜਪਜੀ ਸਾਹਿਬ ਪੜ੍ਹ ਲੈਂਦੇ ਘਰੇ ਰੋਜ਼ ਕਰਦੇ ਹਾਂ, ਵਾਧੇ ਅਖੰਡ ਪਾਠ ਕਰਨ ਲੱਗ ਪਏ। ਜਿੰਨਾ ਚਿਰ ਉਸਤਾਦ ਨਾ ਧਾਰੀਏ ਗੁਰਬਾਣੀ ਦਾ ਪਤਾ ਨਹੀਂ ਲੱਗਦਾ ਜੀ। ਸਾਡੀ ਸਿੱਖ ਪੰਥ ਦੇ ਵਿੱਚ ਸਿਰਮੌਰ ਜਥੇਬੰਦੀਆਂ ਨੇ, ਜਿਵੇਂ ਦਮਦਮੀ ਟਕਸਾਲ ਹੋਈ, ਨਿਰਮਲੇ ਸੰਤ ਹੋਏ, ਨਿਹੰਗ ਸਿੰਘ ਜਥੇਬੰਦੀਆਂ, ਬੜੇ ਪਿਆਰ ਦੇ ਨਾਲ ਇਹ ਗੁਰਬਾਣੀ ਨੂੰ ਸਿਖਾਉਂਦੇ ਨੇ, ਟ੍ਰੇਨਡ ਕਰਦੇ ਨੇ। ਇਹਨਾਂ ਕੋਲੋਂ ਸਿੱਖੇ ਹੋਏ ਜਿਹੜੇ ਵਿਦਿਆਰਥੀ ਨੇ ਗੁਰਬਾਣੀ ਤੋਂ ਮਾਰ ਨਹੀਂ ਖਾਂਦੇ, ਉਹਨੂੰ ਆਪਾਂ ਕੱਚਿਆਂ ਦੀ ਗਿਣਤੀ 'ਚ ਨਹੀਂ ਲਿਆ ਸਕਦੇ। ਕੱਚੇ ਉਹ ਜਿਹੜੇ ਘਰੋਂ ਸਿੱਧੇ ਤੁਰੇ ਨੇ, ਜਿਨ੍ਹਾਂ ਕਿਸੇ ਉਸਤਾਦ ਦੀ ਜਾ ਕੇ ਸ਼ਰਨ ਨਹੀਂ ਲਈ ਜੀ। ਪਹਿਲਾਂ ਅੱਜ ਤੋਂ ਕੋਈ ਆਪਾਂ 25 30 40 ਸਾਲ ਪਿੱਛੇ ਨੂੰ ਝਾਤੀ ਮਾਰੀਏ ਨਾ ਥੋੜ੍ਹਾ ਜਿਹਾ ਜੀ, ਅਤੇ ਉਸਤਾਦ ਦੀ ਸ਼ਾਗਿਰਦੀ ਹੁੰਦੀ ਸੀਗੀ, ਅੱਜ ਨਹੀਂ ਰਹਿ ਗਈ। ਅੱਜ ਅਸੀਂ ਕਈਆਂ ਥਾਵਾਂ 'ਤੇ ਕਈਆਂ ਨੇ ਅਕੈਡਮੀਆਂ ਖੋਲ੍ਹ ਕੇ, ਜਾਂ ਕਈਆਂ ਥਾਵਾਂ 'ਤੇ ਕਈਆਂ ਲੋਕਾਂ ਨੇ ਮਤਲਬ ਇਹੋ ਜਿਹੇ ਸਿਸਟਮ ਬਣਾ ਲਏ ਨੇ ਜੀ, ਅਸੀਂ ਸੰਥਿਆ ਦਿੰਦੇ ਹਾਂ। ਉਹ ਪਾਠੀ ਤਾਂ ਤਿਆਰ ਕਰ ਦਿੰਦੇ ਨੇ, ਪਰ ਉਹਨਾਂ 'ਚੋਂ ਗ੍ਰੰਥੀ ਤਿਆਰ ਨਹੀਂ ਹੁੰਦੇ ਜੀ। ਉਹ ਅਖੰਡ ਪਾਠੀ ਤਾਂ ਤਿਆਰ ਕਰ ਦਿੰਦੇ ਨੇ, ਬਾਣੀ ਪੜ੍ਹਨ ਜਾ ਵੀ ਪਾਠ ਡਿਊਟੀਆਂ ਲਾ ਤੇ ਕਮਾਈ ਕਰ, ਇਸ ਪਾਸੇ ਤਾਂ ਕਰ ਲੈਂਦੇ ਨੇ, ਪਰ ਉਹਨਾਂ ਦੇ ਵਿੱਚ ਉਹ ਗੁਣ ਨਹੀਂ ਭਰਦੇ ਜਿਹੜੇ ਗ੍ਰੰਥੀ ਦੇ ਵਿੱਚ ਗੁਣ ਹੋਣੇ ਚਾਹੀਦੇ ਨੇ। ਗ੍ਰੰਥੀ ਹਰ ਪੱਖ ਤੋਂ ਨਿਪੁੰਨ ਹੋਣਾ ਚਾਹੀਦਾ ਗ੍ਰੰਥੀਪੁਣੇ ਦੇ ਵਿੱਚ। ਇਹ ਬੜੀ ਵੱਡੀ ਮਹਾਨਤਾ ਵਾਲੀ ਗੱਲ ਆ। ਵੇਖੋ ਹੁਣ ਜੇ ਆਪਾਂ ਦਰਬਾਰ ਸਾਹਿਬ ਝਾਤੀ ਮਾਰੀਏ ਅਤੇ ਜਿੰਨੇ ਵੀ ਸਿੰਘ ਸਾਹਿਬਾਨ ਨੇ ਸੂਈ ਦੇ ਨੱਕੇ ਵਿੱਚੋਂ ਨਿਕਲਦੇ ਆ, ਬੜੇ ਟੈਸਟ ਹੁੰਦੇ ਨੇ ਉਹਨਾਂ ਦੇ, ਬੜਾ ਕੁਛ ਉਹਨਾਂ ਕੋਲ ਸੁਣਿਆ ਜਾਂਦਾ, ਪੁੱਛਿਆ ਜਾਂਦਾ, ਪੜ੍ਹਿਆ ਚਲਿਆ ਜਾਂਦਾ। ਇਹ ਚੀਜ਼ਾਂ ਸਾਨੂੰ ਇਹ ਘਾਟ ਇਹੋ ਹੀ ਆ ਵੀ ਅਸੀਂ ਅੱਜ ਕੱਲ੍ਹ ਉਸਤਾਦ ਵਾਲੇ ਬੰਨੇ ਨਹੀਂ ਜਾਂਦੇ, ਕਿਸੇ ਨੂੰ ਚੰਗਾ ਗੁਣੀ ਗਿਆਨੀ ਉਸਤਾਦ ਧਾਰਨ ਕਰੀਏ, ਉਹਦੇ ਕੋਲੋਂ ਕੋਈ ਗੁਣ ਗ੍ਰਹਿਣ ਕਰ ਲਈਏ। ਸਿਰਫ ਇੱਥੋਂ ਮਾਰ ਅਸੀਂ ਖਾ ਰਹੇ ਹਾਂ, ਕਿਉਂਕਿ ਸਾਡੇ ਅੰਦਰ ਸਭ ਤੋਂ ਵੱਡੀ ਗੱਲ ਹੈ ਵੀ ਮੈਂ ਕਹਾਂਗਾ ਵੀ ਹਉਮੈ ਅਤੇ ਈਗੋ ਵੜ ਗਈ ਆ ਜੀ। ਮੈਂ ਹੀ ਆ ਵੱਡਾ ਜੀ, ਮੈਨੂੰ ਸਭ ਕੁਛ ਆਉਂਦਾ, ਦੂਜੇ ਨੂੰ ਆਉਂਦਾ ਹੀ ਕੁਛ ਨਹੀਂ ਗਾ। ਇਹ ਤੋਂ ਸਾਨੂੰ ਉੱਪਰ ਉੱਠ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪੜ੍ਹਨ ਵਾਸਤੇ ਸਿੱਖਣਾ ਬਹੁਤ ਲਾਜ਼ਮੀ ਆ। ਸਿੱਖ ਕੇ ਉਹਨੂੰ ਸਮਝਣਾ ਉਹਦੇ ਤੋਂ ਵੀ ਜ਼ਿਆਦਾ ਲਾਜ਼ਮੀ ਆ। ਸਮਝ ਕੇ ਉੱਤੇ ਅਮਲ ਕਰਨਾ, ਇਹ ਗੁਰਸਿੱਖ ਦਾ ਜੀਵਨ ਆ। ਪ੍ਰਧਾਨ ਜੀ, ਲੱਗਦਾ ਨਹੀਂ ਕਿ ਜਿਹੜੇ ਆਪਾਂ ਨੂੰ ਦਿਸਦੇ ਆ ਕਿ ਗ੍ਰੰਥੀ ਸਿੰਘ ਕੱਚੇ ਆ, ਜਾਂ ਉਹ ਸੋਸ਼ਲ ਮੀਡੀਆ 'ਤੇ ਮਜ਼ਾਕ ਵੀ ਇੱਕ ਵੀਡੀਓ ਵਾਇਰਲ ਹੋਈ ਸੀ, ਕੋਈ ਗ੍ਰੰਥੀ ਸਿੰਘ ਆਨੰਦ ਕਾਰਜ ਕਰਵਾ ਰਿਹਾ ਸੀ ਅਤੇ ਬੜਾ ਲੋਕਾਂ ਵੱਲੋਂ ਉਹਦਾ ਬੜਾ ਮਜ਼ਾਕ ਬਣਾਇਆ ਜਾ ਰਿਹਾ ਸੀ। ਲੱਗਦਾ ਨਹੀਂ ਸੀ ਕਿ ਜਿੱਥੇ ਧਰਮ ਪ੍ਰਚਾਰ ਕਮੇਟੀ SGPC ਵੱਲੋਂ ਬੜੇ ਵੱਡੇ ਉਪਰਾਲੇ ਕੀਤੇ ਜਾ ਰਹੇ, ਲੱਗਦਾ ਨਹੀਂ ਕਿ ਉਹਨਾਂ ਨੂੰ ਵੀ ਸੰਥਿਆ ਦੇਣ ਜਾਂ ਉਹਨਾਂ ਦੇ ਵਿੱਚ ਜਿਹੜੀ ਗੁਰਮਤਿ ਲਿਆਉਣ ਦੀ ਕੋਸ਼ਿਸ਼ ਕਰਨ ਧਰਮ ਪ੍ਰਚਾਰ ਕਮੇਟੀ ਨੂੰ, ਲੱਗਦਾ ਨਹੀਂ ਕਿ ਇਹ ਕਰਨਾ ਚਾਹੀਦਾ? ਦੇਖੋ ਜੀ, ਜਿੱਥੇ ਧਰਮ ਪ੍ਰਚਾਰ ਦੀ ਗੱਲ ਆਉਂਦੀ ਉੱਥੇ ਮੈਂ ਤੁਹਾਡੇ ਚੈਨਲ ਦੇ ਰਾਹੀਂ ਇੱਕ ਬੇਨਤੀ ਪਹੁੰਚਾਉਣ ਦਾ ਯਤਨ ਕਰੂੰਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਜੀ, ਕਿ ਪ੍ਰਧਾਨ ਸਾਹਿਬ ਜੀ, ਪ੍ਰਚਾਰਕ ਬਹੁਤ ਸਤਿਕਾਰ ਨੇ ਤੁਹਾਡੇ, ਜਿਹੜੇ ਪ੍ਰਚਾਰਕ ਨੇ, ਮੈਂ ਨਾ ਬਹੁਤ ਸਾਰੇ ਸਿੰਘਾਂ ਦੇ ਨਾਲ ਰਾਬਤਾ ਰਹਿੰਦਾ, ਬੜੇ ਗੁਣੀ ਗਿਆਨੀ ਨੇ, ਵਿਦਵਾਨ ਨੇ, ਪਰ ਉਹਨਾਂ ਦੇ ਨਾ ਖੰਭ ਨਾ ਕੁਤਰੋ ਜੀ। ਉਹਨਾਂ ਨੂੰ ਆਜ਼ਾਦ ਕਰਕੇ ਅਤੇ ਉਹਨਾਂ ਨੂੰ ਪ੍ਰਚਾਰ ਕਰਨ ਵਾਸਤੇ ਦਿਓ ਜੀ। ਉਹਨਾਂ ਕੋਲ ਆਜ਼ਾਦੀ ਨਹੀਂ ਹੈਗੀ ਪ੍ਰਚਾਰ ਕਰਨ ਦੀ। ਜਦੋਂ ਵੀ ਕਿਤੇ ਉਹ ਥੋੜ੍ਹਾ ਜਿਹਾ ਬੋਲਦੇ ਨੇ, ਨਾਲ ਹੀ ਉਹਨਾਂ ਨੂੰ ਟਾਰਗੇਟ ਬਣਾਇਆ ਜਾਂਦਾ, ਤੂੰ ਇਹ ਕਿਉਂ ਬੋਲਿਆ, ਗਾਂ ਤੋਂ ਨਹੀਂ ਇਹੋ ਜਿਹਾ ਬੋਲਣਾ, ਤੇਰੀ ਬਦਲੀ ਕਰ ਦਾਂਗੇ, ਤੈਨੂੰ ਉਹ ਕਰ ਦਿਆਂਗੇ। ਆਜ਼ਾਦ ਕਰੋ ਇਹਨਾਂ ਨੂੰ ਵੀ ਖੁੱਲ੍ਹ ਕੇ ਆਪਣੇ ਇਲਾਕਿਆਂ ਦੇ ਵਿੱਚ ਪ੍ਰਚਾਰ ਕਰੋ। ਅਤੇ ਪ੍ਰਚਾਰ ਦੀ ਸ਼੍ਰੋਮਣੀ ਕਮੇਟੀ ਵੱਲੋਂ ਘਾਟ ਨਹੀਂ ਗੀ, ਪਰ ਘਾਟ ਸਿਰਫ ਇਸ ਚੀਜ਼ ਦੀ ਆ ਵੀ ਉਹਨਾਂ ਨੂੰ ਨੱਪ ਕੇ ਪ੍ਰਚਾਰ, ਜਿੰਨਾ ਕੁ ਅਸੀਂ ਕਹਿੰਦੇ ਉਹਨਾਂ ਕੁ ਬੋਲੋ, ਵੱਧ ਨਾ ਬੋਲੋ। ਇਹ ਜਿਹੜੀਆਂ ਗੁਰਦੁਆਰਾ ਲੋਕਲ ਗੁਰਦੁਆਰੇ ਜਿੰਨੇ ਨੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜਿੰਨੇ ਵੀ ਗੁਰਦੁਆਰੇ ਨੇ ਨਾ, ਇਹਨਾਂ ਗੁਰਦੁਆਰਿਆਂ ਦੇ ਵਿੱਚ ਕੱਚੇ ਪਾਠੀ ਗ੍ਰੰਥੀ ਆਉਣ ਦਾ ਕਾਰਨ ਵੀ ਧਰਮ ਪ੍ਰਚਾਰ ਕਮੇਟੀ ਮੈਂ ਕਹਾਂਗਾ। ਸਿੱਧਾ ਮੈਂ ਐਕਸ਼ਨ ਲਵਾਂਗਾ, ਇਹ 'ਤੇ ਨਾਂ ਲਾਵਾਂਗਾ। ਉਹਦਾ ਕਿਉਂ ਆ? ਕਿਉਂਕਿ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਬਹੁਤਾਤ ਐਸੇ ਨੇ, ਸਾਰੇ ਨਹੀਂ, ਕਈ ਬੜੇ ਚੜ੍ਹਦੀ ਕਲਾ ਦੇ ਸਿੰਘ ਨੇ, ਉਹਨਾਂ ਨੂੰ ਨਮਸਕਾਰ ਹੁੰਦੀ ਜਦੋਂ ਉਹਨਾਂ ਨੂੰ ਮਿਲੀਦਾ, ਉਹਨਾਂ ਦੇ ਵਚਨ ਸੁਣੀਦੇ ਨੇ, ਜਾਂ ਉਹਨਾਂ ਦੀ ਕੋਈ ਕਾਰਗੁਜ਼ਾਰੀ ਸੁਣੀਦੀ, ਵੇਖੀਦਾ, ਉਹਨਾਂ ਦਾ ਕੰਮ ਵੇਖੀਦਾ, ਉਹਨੂੰ ਨਮਸਕਾਰ ਕਰਨ ਨੂੰ ਜੀ ਕਰਦਾ। ਪਰ ਕਈ ਇਹੋ ਜਿਹੇ ਨੇ ਜਿਹੜੇ ਫਾਰਮੈਲਿਟੀ ਕਰਕੇ ਆਉਂਦੇ, ਤੁਸੀਂ ਸਾਈਨ ਕਰ ਦਿਓ ਜੀ, ਸਾਡਾ ਕੋਟਾ ਪੂਰਾ ਹੋ ਜਾਊ, ਕੋਈ ਨਹੀਂ, ਸਾਨੂੰ TAVA ਮਿਲਣਾ ਵਾ, ਉਹ ਇਹਨਾਂ ਦਾ ਕੋਈ ਸਿਸਟਮ ਹੋਊਗਾ ਉਹਨਾਂ ਦਾ। ਤੋ ਇਸ ਕਰਕੇ ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗਾ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਵੀ ਭਾਈ ਗਰਾਊਂਡ ਲੈਵਲ ਦੇ ਉੱਤੇ ਪ੍ਰਚਾਰ ਵਾਸਤੇ ਇਹਨਾਂ ਨੂੰ ਤੋਰੋ, ਵੀ ਗੁਰਦੁਆਰੇ ਦੇ ਗ੍ਰੰਥੀਆਂ ਦੇ ਨਾਲ ਇਹਨੇ ਜਾ ਕੇ ਬੈਠਣ, ਜਿੱਥੇ ਕੋਈ ਕੱਚੇ ਨੇ ਉਹਨਾਂ ਨੂੰ ਕੋਈ ਵੀ ਸੰਥਿਆ ਦਿਓ। ਅਸੀਂ ਸਭਾ ਵੱਲੋਂ ਯਤਨ ਕਰ ਰਹੇ ਹਾਂ ਅਤੇ ਕਰਾਂਗੇ ਵੀ, ਅਤੇ ਜੇ ਸਾਨੂੰ ਧਰਮ ਪ੍ਰਚਾਰ ਕਮੇਟੀ ਸਹਿਯੋਗ ਦੇਵੇ ਤਾਂ ਸਾਡੇ ਹੋਰ ਸਾਨੂੰ 4 ਚੰਨ ਲੱਗ ਜਾਣੇ ਨੇ, ਤਾਂ ਕਿ ਜਿੱਥੇ ਹੈਗੇ ਨੇ ਕੱਚੇ ਗ੍ਰੰਥੀ ਨੇ, ਜਿਹਨਾਂ ਕੋਲ ਗੁਰਬਾਣੀ ਦੀ ਜਿਹਨਾਂ ਕੋਲ ਸ਼ੁੱਧਤਾ ਨਹੀਂ ਹੈਗੀ, ਯਤਨ ਕਰੀਏ ਉਹਨਾਂ ਨੂੰ ਵੀ ਆਪਾਂ ਇਸ ਲੈਣ 'ਤੇ ਸ਼ੁੱਧ ਕਰਾਈਏ। ਗੁਰਬਾਣੀ ਦੀਆਂ ਪੋਥੀਆਂ ਸੈਂਚੀਆਂ ਧਰਮ ਪ੍ਰਚਾਰ ਕਮੇਟੀ ਦੇਵੇ। ਇਹ ਆਪਣੇ ਪ੍ਰਚਾਰਕ ਚੰਗੇ ਗ੍ਰੰਥੀ ਨਾਲ ਦੇ ਨਾਲ ਅਸੀਂ ਸਭਾ ਵੱਲੋਂ ਯਤਨ ਕਰਦੇ ਹਾਂ, ਰਲ ਕੇ ਆਪਾਂ ਪਹਿਲਾਂ ਗੁਰੂ ਘਰਾਂ ਦੇ ਗ੍ਰੰਥੀਆਂ ਦੀ ਸੇਵਾ ਸੰਭਾਲ ਕਰ ਸਕੀਏ।
ਸਰਦੂਲ ਸਿੰਘ ਜੀ, ਜਿੱਥੇ ਇਸ ਸ਼੍ਰੇਣੀ ਦੇ ਵਿੱਚ ਜਿੱਥੇ ਗ੍ਰੰਥੀ ਟਾਰਗੇਟ ਹੋ ਰਿਹਾ, ਉੱਥੇ ਰਾਗੀ ਸਿੰਘ, ਕਵੀਸ਼ਰ, ਢਾਡੀ, ਕਥਾਵਾਚਕ ਸਿੰਘ, ਉਹਨਾਂ ਵੱਲੋਂ ਵੀ ਕਿਹਾ ਜਾਂਦਾ ਕਿ ਅੱਗੇ ਤੋਂ ਅਸੀਂ ਇਸ ਲਾਈਨ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਪਾਵਾਂਗੇ। ਉਹਨਾਂ ਬਾਰੇ ਕੀ ਕਹਿਣਾ ਉਹਨਾਂ ਬਾਰੇ ਕੀ ਵਿਚਾਰ ਤੁਹਾਡੇ? ਕੋਈ ਬੇਨਤੀ ਆ ਵੀ ਸ਼੍ਰੇਣੀ ਸਾਰੀ ਇੱਕੋ ਹੀ ਆ, ਭਾਵੇਂ ਉਹ ਗ੍ਰੰਥੀ ਸਿੰਘ ਆ, ਭਾਵੇਂ ਅਖੰਡ ਪਾਠੀ ਆ, ਭਾਵੇਂ ਰਾਗੀ ਸਿੰਘ ਆ, ਭਾਵੇਂ ਪ੍ਰਚਾਰਕ ਆ, ਭਾਵੇਂ ਕਵੀਸ਼ਰ ਆ, ਭਾਵੇਂ ਕਥਾਵਾਚਕ ਆ, ਚਾਹੇ ਭਾਵੇਂ ਕਿਸੇ ਗੁਰੂ ਘਰ ਦੇ ਵਿੱਚ ਸੇਵਾਦਾਰੀ ਡਿਊਟੀ ਨਿਭਾ ਰਿਹਾ ਵਾ। ਜੀ ਜੀ। ਸੇਵਾ ਸਾਰੀ ਹੀ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਆ ਅਤੇ ਸਾਰੇ ਸਤਿਕਾਰਯੋਗ ਆ। ਜਿਹੜੇ ਉਹ ਕਹਿੰਦੇ ਨੇ ਵੀ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਪਾਉਣਾ, ਉਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਵਾਂ ਵੀ ਸਾਨੂੰ ਆਰਥਿਕ ਪੱਖੋਂ ਮਾਰ ਖਾ ਰਹੇ ਆ, ਘਰ ਦਾ ਗੁਜ਼ਾਰਾ ਨਹੀਂ ਚੱਲਦਾ। ਹੁਣ ਗੁਰੂ ਘਰ ਦਾ ਰਾਗੀ ਕੀਰਤਨੀਆ ਇੱਕ ਸਟੇਜ ਦੇ ਉੱਤੇ ਚੰਗੇ ਕਿਸੇ ਦੇ ਘਰ ਦੇ ਕੀਰਤਨ ਕਰਕੇ ਆਇਆ ਹੋਵੇ, ਸੋਹਣਾ ਕੀਰਤਨ ਕੀਤਾ ਹੋਵੇ, ਸੰਗਤ ਦੀ ਵਾਹਵਾ ਖੱਟੀ ਹੋਵੇ, ਮੁੜ ਕੇ ਜਾ ਕੇ ਦਿਹਾੜੀ ਲਾਉਂਦਾ ਹੋਵੇ, ਚੰਗਾ ਲੱਗੂਗਾ? ਕਿਉਂਕਿ ਉਹਦੀ ਉੱਥੋਂ ਉਹਦਾ ਗੁਜ਼ਾਰਾ ਨਹੀਂ ਹੋਇਆ ਤੇ ਉਹਨੂੰ ਮਜਬੂਰਨ ਕੋਈ ਹੋਰ ਕੰਮ ਕਰਨਾ ਪੈ ਗਿਆ ਨਾ। ਕਈ ਜਗ੍ਹਾ ਤੇ ਵੇਖਿਆ ਜਾਂਦਾ ਕਿ ਜਿੱਥੇ ਰਾਗੀ ਸਿੰਘ ਕੀਰਤਨ ਕਰਦੇ ਆ ਘਰਾਂ ਦੇ ਵਿੱਚ, ਉੱਥੇ ਉਹਨਾਂ ਘਰਾਂ ਦੇ ਵਿੱਚ ਡਿਊਟੀਆਂ ਵੀ ਲਾਉਂਦੇ ਆ। ਉਹ ਕਿਵੇਂ ਤਾਂ ਤੁਸੀਂ ਮਹਿਸੂਸ ਕਰਦੇ ਹੋ? ਵੇਖੋ, ਗੱਲ ਤਾਂ ਫਿਰ ਉੱਥੇ ਘੁੰਮ ਕੇ ਆਉਂਦੀ ਆ। ਹੁਣ ਇੱਕ ਅੰਬਾਲੇ ਤੋਂ ਪਿੱਛੇ ਵੀਡੀਓ ਇੱਕ ਵਾਇਰਲ ਹੋਈ ਆ, ਅੰਬਾਲੇ ਦੇ ਵਿੱਚ ਉੱਥੇ ਆਨੰਦ ਕਾਰਜ ਕੀਤਾ ਰਾਗੀ ਸਿੰਘਾਂ ਨੇ, ਗ੍ਰੰਥੀ ਸਿੰਘਾਂ ਨੇ, ਬਰਾਤ ਗਈ ਆ, ਵੱਡੀਆਂ ਵੱਡੀਆਂ ਗੱਡੀਆਂ 'ਚ ਬਰਾਤ ਗਈ, ਚੰਗੇ ਚੰਗੇ ਲੋਕ ਗਏ ਨੇ, ਤੇ ਰਾਗੀ ਸਿੰਘਾਂ ਦੇ ਵਾਜੇ ਦੇ ਉੱਤੇ ਕਿਸੇ 10 ਰੁਪਏ ਨਹੀਂ ਰੱਖੇ। ਜੇ ਉਹ ਰਾਗੀ ਸਿੰਘਾਂ ਨੇ ਵੀਡੀਓ ਬਣਾ ਕੇ ਕਿਸੇ ਦਾ ਨਾ ਚਿਹਰਾ ਨਹੀਂ ਵਿਖਾਇਆ, ਸਿਰਫ ਉਹਨਾਂ ਨੇ ਵੀਡੀਓ ਬਣਾ ਕੇ ਆਖਿਆ ਵਾਜਿਆਂ ਦੀ ਖਾਲੀ ਵਾਜੇ ਵਿਖਾਏ ਆ, ਉਹਨਾਂ ਵੀਡੀਓ ਪਾਈ ਆ, ਉਹ ਰਾਗੀ ਸਿੰਘ ਦੀ ਗੁਰਦੁਆਰਾ ਛੁੱਟੀ ਕਰਤੀ ਹੈ। ਪ੍ਰਧਾਨ ਕਹਿੰਦਾ ਤੂੰ ਸਾਡੀ ਬੇਇੱਜ਼ਤੀ ਕਰਾਤੀ ਆ। ਹੁਣ ਉਹ ਰਾਗੀ ਕੀ ਕਰੂਗਾ? ਕੀ ਆਪਣੇ ਬੱਚੇ ਨੂੰ ਇਸ ਲਾਈਨ 'ਚ ਪਾਵੇਗਾ? ਕਦੀ ਭੁੱਲ ਕੇ ਵੀ ਨਹੀਂ ਪਾਵੇਗਾ ਉਹ, ਕਿਉਂਕਿ ਉਹਦਾ ਕਾਰਨ ਸਾਡੀਆਂ ਕੜਾਮ ਚੌਧਰ ਕਮੇਟੀਆਂ ਨੇ। ਮੈਂ ਬੇਨਤੀ ਵਾਰ-ਵਾਰ ਇੱਕੋ ਗੱਲ ਕਰ ਰਿਹਾ, ਕੜਾਮ ਚੌਧਰਾਂ ਜਿਹਨੂੰ ਕੱਢ ਕੇ ਗੁਰਸਿੱਖਾਂ ਦੀਆਂ ਕਮੇਟੀਆਂ ਬਣਾਓ ਜਿਹੜੇ ਗੁਰੂ ਨੂੰ ਸਮਰਪਿਤ ਹੋ ਜਾਣ, ਇਹ ਸਾਰਾ ਕੁਝ ਵਿੱਚੋਂ ਨਿਕਲ ਜਾਣਾ ਵਾ। ਪ੍ਰਧਾਨ ਜੀ, ਇੱਕ ਕਮੇਟੀਆਂ ਤੋਂ ਗੱਲ ਯਾਦ ਆਈ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਆ ਕਿ ਜਿਹੜੀਆਂ ਲੋਕਲ ਗੁਰੂ ਘਰਾਂ ਦੀਆਂ ਕਮੇਟੀਆਂ ਸਾਰੀਆਂ ਅੰਮ੍ਰਿਤਧਾਰੀ ਹੋਣੀ ਚਾਹੀਦੀਆਂ। ਆਪਾਂ ਦੇਖਦੇ ਹਾਂ ਕਿ ਕਈ ਗੁਰੂ ਘਰਾਂ ਦੀਆਂ ਕਮੇਟੀਆਂ ਦਾੜੀ ਕੱਟੇ ਪਤਤ ਜਿਹੜੇ ਨੌਜਵਾਨ ਆ ਜਾਂ ਜਿਹੜੇ ਪੈਗ ਰਾਤ ਨੂੰ ਲਾਉਂਦੇ ਤੇ ਸਵੇਰੇ ਆ ਕੇ ਗ੍ਰੰਥੀ ਨੂੰ ਝਿੜਕਾਂ ਮਾਰਦੇ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਉਹਨਾਂ ਬਾਰੇ ਮੈਂ ਸਿਰਫ ਇੰਨੀ ਗੱਲ ਹੀ ਕਹਿਣਾ ਚਾਹਾਂਗਾ ਵੀ ਇਹਨਾਂ ਮਗਰ ਦੋ ਕਾਰਨ ਹੁੰਦੇ ਆ ਜੀ। ਉਹਨਾਂ ਦਾ ਸਿੱਖੀ ਨਾਲ ਕੋਈ ਰਾਬਤਾ ਨਹੀਂ ਹੁੰਦਾ, ਗੁਰੂ ਘਰ ਦੀ ਸੇਵਾ ਨਾਲ ਕੋਈ ਰਾਬਤਾ ਨਹੀਂ ਹੁੰਦਾ। ਅਸੀਂ ਲੋਕ ਪਤਾ ਕੀ ਵੇਖਦੇ ਆ, ਇਸ ਬੰਦੇ ਕੋਲ ਪੈਸਾ ਬੜਾ ਵਾ, ਇਹਨੂੰ ਪ੍ਰਧਾਨ ਬਣਾ ਦੀ, ਇਹਨੂੰ ਮੈਂਬਰ ਬਣਾ ਦੀ, ਗੁਰਦੁਆਰੇ ਪੈਸੇ ਲਾ ਦੂਗਾ। ਇਸ ਬੰਦੇ ਦੇ ਮਗਰ ਸਪੋਰਟ ਬੜੀ ਆ, ਜਦੋਂ ਲੋੜ ਪਈ 10 ਬੰਦੇ ਇਕੱਠੇ ਕਰ ਲੈਣੇ ਆ। ਅਸੀਂ ਸਿਆਸਤ ਤੋਂ ਪ੍ਰੇਰਿਤ ਆ, ਪੈਸੇ ਦੀ ਹਉਮੈ ਵਿੱਚ ਜਿਉਂ ਰਹੇ ਆ। ਭਈ ਸਾਨੂੰ ਗੁਰੂ ਨੂੰ ਸਮਰਪਿਤ ਹੋ ਕੇ ਸੇਵਾ ਕਰਨੀ ਚਾਹੀਦੀ ਆ। ਗੁਰੂ ਘਰ ਦਾ ਜਿਹੜਾ ਪ੍ਰਬੰਧਕ ਬਣਾਇਆ ਜਾਂਦਾ, ਕਿਸੇ ਨੂੰ ਵੀ ਗੁਰਦੁਆਰਾ ਕਮੇਟੀ ਦਾ ਮੈਂਬਰ ਬਣਾਇਆ ਜਾਂਦਾ ਏ, ਸੰਗਤ ਫੈਸਲਾ ਕਰਦੀ ਆ ਵੀ ਸੰਗਤ ਦੇ ਵਿੱਚੋਂ ਚੋਣ ਹੁੰਦੀ ਆ ਵੀ ਆਹ ਗੁਰਸਿੱਖ ਦਾ ਜੀਵਨ ਆ, ਅਸੀਂ ਇਹਨੂੰ ਵੇਖਦੇ ਆ, ਇਹ ਰੋਜ਼ ਦਾ ਨਿਤਨੇਮੀ ਆ, ਬਾਣੀ ਵਾਲਾ ਬਾਣੇ ਵਾਲਾ, ਉਹਨੂੰ ਬਣਾਈਏ। ਪਰ ਇਸ ਤਰ੍ਹਾਂ ਨਹੀਂ ਹੁੰਦਾ ਕੀ ਆ ਉਹਦੇ ਵਿੱਚ, ਇਹਦੇ ਮਗਰ ਬੰਦੇ ਚਾਰ ਹੈਗੇ ਨੇ, ਇਹਦੇ ਕੋਲ ਪੈਸਾ ਹੈਗਾ, ਬਸ ਇਸੇ ਚੀਜ਼ ਨੂੰ ਹੀ ਆਪਾਂ ਮੁੱਖ ਰੱਖਦੇ ਆ, ਇਸੇ ਚੀਜ਼ ਨੂੰ ਮੁੱਖ ਰੱਖ ਕੇ ਆਪਾਂ ਬਣਾਉਣੇ ਆ। ਅਤੇ ਜਿਹੜਾ ਬੰਦਾ ਪੈਸੇ ਦੇ ਘਰ ਵਿੱਚ ਆ, ਅਤੇ ਗੁਰਬਾਣੀ ਕਹਿੰਦੀ ਆ ਮਾਇਆ ਧਾਰੀ ਆ ਤੰਨਾ ਬੋਲਾ, ਸ਼ਬਦ ਨਾ ਸੁਣੀ ਬਾ ਰੋਲ ਘਚੋਲਾ। ਉਹ ਕਿੱਥੇ ਸ਼ਬਦ ਨੂੰ ਸੁਣੂਗਾ? ਉਹਨੂੰ ਤਾਂ ਪਤਾ ਵੀ ਮੈਂ 100 ਜਿੱਥੇ ਅੱਗੇ 100 ਦਿੰਦਾ, ਹੁਣ 150 ਦੇ ਦਿਆ ਕਰੂੰਗਾ। ਅਤੇ ਇਸ ਕਰਕੇ ਇਹ ਚੀਜ਼ ਤੋਂ ਕੜਾਮ ਚੌਧਰ ਜਿਹੜੀਆਂ ਆਉਂਦੀਆਂ ਕਮੇਟੀਆਂ ਬੇਅਮਰਤੀਆਂ ਆਉਂਦੀਆਂ, ਇਹੋ ਹੀ ਆਉਂਦੀਆਂ ਨੇ। ਜੀਵਨ ਵਾਲੇ ਬੰਦੇ ਨਹੀਂ ਇੱਧਰ ਇਸ ਪਾਸੇ ਨੂੰ ਆਉਂਦੇ, ਉਹ ਤਾਂ ਨਿਸ਼ਕਾਮ ਸੇਵਾ ਕਰਦੇ ਨੇ। ਤੁਸੀਂ ਵੇਖੋ ਕਈਆਂ ਗੁਰੂ ਘਰਾਂ ਦੇ ਵਿੱਚ ਆਣ ਕੇ ਕਈ ਪ੍ਰੇਮੀ ਸੇਵਾ ਕਰਦੇ ਆ, ਉਹਨਾਂ ਨੂੰ ਕੋਈ ਲੈਣਾ ਨਹੀਂ ਹੁੰਦਾ ਵੀ ਕੀ ਕਰਨਾ ਕੀ ਨਹੀਂ ਕਰਨਾ, ਸਿਰਫ ਸੇਵਾ ਨਾਲ ਮਕਸਦ ਹੁੰਦਾ ਹੈ। ਉਹ ਆਣ ਕੇ ਗ੍ਰੰਥੀ ਸਿੰਘ ਨੂੰ ਪੁੱਛਦੇ ਆ, ਬਾਬਾ ਜੀ ਕੋਈ ਸੇਵਾ ਸਾਡੇ ਲੈ ਕੇ ਦੱਸੋ, ਅਸੀਂ ਸੇਵਾ ਕਰਨੀ ਆ। ਅਤੇ ਜਿਹੜੇ ਇਹੋ ਜਿਹੇ ਹੁੰਦੇ ਨੇ, ਉਹ ਕਹਿੰਦੇ ਬਾਬਾ ਆ ਨਹੀਂ ਕੀਤਾ ਤੂੰ ਓਏ, ਰੋਹ ਪਾਉਂਦੇ ਨੇ ਆਣ ਕੇ, ਕਿਉਂਕਿ ਉਹਨੂੰ ਪਤਾ ਵੀ ਅਸੀਂ ਤਾਂ ਕਰਨੀ ਨਹੀਂ, ਕਰਵਾਉਣੀ ਆ। ਅਤੇ ਕਰਨੀ ਤੇ ਕਰਵਾਉਣੀ ਤਾਂ ਗੁਰੂ ਸਾਹਿਬ ਨੂੰ ਚਾਹੀਦੀ, ਵੀ ਗੁਰੂ ਸਾਹਿਬ ਕਿਰਪਾ ਕਰਕੇ ਸੇਵਾ ਕਰਵਾਉਣ, ਸਿੱਖ ਸੇਵਾ ਕਰਨ। ਜਦੋਂ ਕੜਾਮ ਚੌਧਰੀ ਕਰਾਉਂਦੇ, ਫਿਰ ਉਹਨਾਂ ਦੇ ਫਿਰ ਆਪਾਂ ਕੀ ਕਹਿ ਸਕਦੇ ਹਾਂ? ਪ੍ਰਧਾਨ ਜੀ, ਬਾਬਾ ਬੁੱਢਾ ਜੀ ਸ਼੍ਰੋਮਣੀ ਗ੍ਰੰਥੀ ਸਭਾ ਬਣਾਈ, ਇਹ ਸਭਾ ਬਣਾਉਣ ਦਾ ਕਾਰਨ ਕੀ ਹੈ? ਕਿਉਂ ਬਣਾਉਣੀ ਪੈ ਗਈ ਹੈ? ਦੇਖੋ ਜੀ, ਸਭਾ ਬਣਾਉਣ ਦਾ ਕਾਰਨ ਮੇਨ ਇਹੋ ਹੀ ਆ ਜੀ, ਵੀ ਜਿੱਥੇ ਵੀ ਜਾਈਦਾ ਸੀ, ਜਿਹਦੇ ਕੋਲ ਵੀ ਬਹਿਦਾ ਸੀ, ਹਰ ਕੋਈ ਰੋਈ ਜਾਂਦਾ ਹੈਗਾ ਵੀ ਸਾਡਾ ਵਾਲੀ ਵਾਰਸ ਕੋਈ ਨਹੀਂ ਗਾ, ਸਾਡਾ ਵਾਲੀ ਵਾਰਸ ਕੋਈ ਨਹੀਂ ਗਾ। ਹੁਣ ਜੇ ਕੋਈ ਕੱਲਾ ਗ੍ਰੰਥੀ ਜਾ ਕੇ ਜਾਂ ਅਖੰਡ ਪਾਠੀ ਜਾ ਕੇ ਜਾਂ ਰਾਗੀ ਸਿੰਘ ਜਾ ਕੇ ਅਕਾਲ ਤਖਤ ਤੇ ਜਾਂ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕਰਦਾ, ਤੇ ਉਹ ਵੀ ਨਾ ਕੁਛ ਨਹੀਂ ਅਮਲ ਕਰਦੇ, ਗੱਲ ਸੁਣ ਲੈਂਦੇ ਨੇ, ਬਸ ਸੁਣ ਕੇ ਉੱਥੇ ਹੀ ਛੱਡ ਦਿੰਦੇ। ਜਦੋਂ ਬੰਦਾ ਬਾਹਰ ਆ ਗਿਆ, ਗੱਲ ਖਤਮ ਹੋ ਗਈ। ਜੇ ਕਿਸੇ ਜਥੇਬੰਦੀਆਂ ਕੋਲ ਜਾਂਦਾ, ਤੇ ਜਥੇਬੰਦੀਆਂ ਵੀ ਇਸ ਤਰ੍ਹਾਂ ਹੀ ਇੰਨਾ ਕਿ ਬਸ ਸੁਣ ਕੇ ਤੇ ਕੋਈ ਨਹੀਂ ਵੇਖਾਂਗੇ, ਕਰ ਦਿਆਂਗੇ ਤੇਰਾ ਕੋਈ ਹੱਲ, ਬਸ ਖਤਮ। ਸਾਰਾ ਕੁਝ ਵਿਚਾਰ ਕੇ ਤੇ ਫਿਰ ਅਸੀਂ ਫੈਸਲਾ ਕੀਤਾ ਸਾਰੇ ਸਿੰਘਾਂ ਨੇ ਰਲ ਕੇ ਵੀ ਆਪਾਂ ਕੋਈ ਨਾ ਕੋਈ ਇਹੋ ਜਿਹਾ ਪਲੇਟਫਾਰਮ ਬਣਾਈਏ, ਜਿਹੜੇ ਪਲੇਟਫਾਰਮ ਦੇ ਉੱਤੇ ਇੱਕ ਤਾਂ ਸਾਡੀ ਆਪਸ ਵਿੱਚ ਇਕੱਤਰਤਾ ਬਣੀ ਰਹੇਗੀ, ਇੱਕ ਦੂਜੇ ਨਾਲ ਮਿਲਣ ਵਰਤਨ ਬਣਿਆ ਰਹੇਗਾ, ਇੱਕ ਦੂਜੇ ਦੇ ਦੁੱਖਾਂ ਸੁੱਖਾਂ ਦਾ ਸਾਨੂੰ ਪਤਾ ਲੱਗ ਦੇਗਾ। ਦੂਸਰੇ ਨੰਬਰ 'ਤੇ ਅਸੀਂ ਇੱਕ ਦੂਜੇ ਦੇ ਦੁੱਖ ਵੰਡਾ ਸਕਾਂਗੇ, ਕੋਈ ਕਿਸੇ ਦੀ ਹੈਲਪ ਕਰ ਸਕਾਂਗੇ, ਕੋਈ ਆਰਥਿਕ ਕੋਈ ਬਿਮਾਰ ਆ, ਕੋਈ ਕਿਸੇ ਤਰ੍ਹਾਂ ਦਾ, ਇੱਕ ਦੂਜੇ ਦੀ ਮਦਦ ਕਰਨ ਵਾਸਤੇ ਇੱਕ ਪਲੇਟਫਾਰਮ ਬਣਾਇਆ। ਤੀਸਰੇ ਨੰਬਰ 'ਤੇ
ਵੀ ਜੋ ਸਾਡੇ ਨਾਲ ਵਧੀਕੀਆਂ ਗ੍ਰੰਥੀ ਸਿੰਘਾਂ ਦੇ ਨਾਲ ਅਖੰਡ ਪਾਠੀ ਜਾਂ ਰਾਗੀ ਸਿੰਘਾਂ ਦੇ ਨਾਲ ਗੁਰੂ ਘਰਾਂ ਦੇ ਵਿੱਚ ਹੋ ਰਹੀਆਂ ਨੇ, ਉਹਨਾਂ ਦਾ ਡਟ ਕੇ ਮੁਕਾਬਲਾ ਕਰਨ ਵਾਸਤੇ ਅਸੀਂ ਇਹ ਸਭਾ ਹੋਂਦ ਵਿੱਚ ਲਿਆਂਦੀ ਆ, ਤਾਂ ਕਿ ਅਸੀਂ ਉਹਨਾਂ ਤੋਂ ਗ੍ਰੰਥੀਆਂ ਪਾਠੀਆਂ ਨੂੰ ਮਾਨਸਿਕ ਤੌਰ 'ਤੇ ਆਜ਼ਾਦ ਕਰਾ ਸਕੀਏ। ਜਿਨ੍ਹਾਂ ਲੋਕਾਂ ਨੇ ਘੜਾਮ ਚੌਧਰੀਆਂ ਨੇ ਮਾਨਸਿਕ ਤੌਰ 'ਤੇ ਗ੍ਰੰਥੀਆਂ ਪਾਠੀਆਂ ਰਾਗੀਆਂ ਨੂੰ ਬਿਮਾਰ ਕੀਤਾ ਹੋਇਆ। ਸਾਡੇ ਬਹੁਤ ਜ਼ਿਆਦਾ, ਤੁਸੀਂ ਕਿਤੇ ਸਰਵੇ ਕਰਕੇ ਵੇਖੋ, ਤੁਸੀਂ ਵਿਚਰਦੇ ਰਹਿੰਦੇ ਗੁਰੂ ਘਰਾਂ ਦੇ ਵਿੱਚ ਜਾ ਕੇ, ਡਰਦੇ ਨਹੀਂ ਗ੍ਰੰਥੀ, ਬੋਲਦੇ ਵੀ ਮੇਰੇ ਨਾਲ ਕੁਛ ਹੋ ਰਿਹਾ, ਚੜ੍ਹਦੀ ਕਲਾ ਕਰੀ ਜਾਂਦੇ, ਕਹੀ ਜਾਂਦੇ ਚੜ੍ਹਦੀ ਕਲਾ, ਪਰ ਚੜ੍ਹਦੀ ਕਲਾ ਗ੍ਰੰਥੀ ਪਾਠੀ ਰਾਗੀ ਦੀ ਨਹੀਂ ਜੇ ਹੈਗੀ। ਮੈਨੂੰ ਸਿਰਫ ਜਿਹੜੇ 94 ਜਿਹੜੇ ਹੋਣਗੇ ਜਿਨ੍ਹਾਂ ਦੇ ਜਿਹੜੇ ਪਾਪੂਲਰ ਹੋ ਚੁੱਕੇ ਨੇ, ਜਿਹੜੇ ਚੜ੍ਹ ਚੁੱਕੇ ਨੇ, ਉਹਨਾਂ ਦੀ ਚੜ੍ਹਦੀ ਕਲਾ, ਬਾਕੀ ਦੇ ਵਿਚਾਰੇ ਥੱਲੇ ਦਲੀ ਦੇ ਮਲੀ ਦੇ ਹੀ ਆ। ਗ੍ਰੰਥੀ ਸਭਾ ਦੇ ਨਾਲ ਕਿੰਨੇ ਕੁ ਸਿੰਘ, ਕਿੱਦਾਂ ਦਾ ਰਿਸਪੌਂਸ ਤੁਹਾਨੂੰ ਮਿਲਿਆ? ਦੇਖੋ ਜੀ, ਸਤਿਗੁਰ ਦੀ ਕਿਰਪਾ ਦੇ ਨਾਲ ਸਾਨੂੰ ਅਜੇ 5-6 ਮਹੀਨੇ ਹੋਏ ਆ ਇਸ ਸਭਾ ਨੂੰ ਹੋਂਦ ਵਿੱਚ ਲਿਆਂਦੇ ਨੂੰ, ਅਤੇ 5-6 ਮਹੀਨਿਆਂ ਦੇ ਵਿੱਚ ਪੰਜਾਬ ਦੇ ਹਰ ਕੋਨੇ ਦੇ ਵਿੱਚੋਂ ਸਾਡੇ ਨਾਲ ਸਿੰਘ ਜੁੜੇ ਹੋਏ ਨੇ, ਰਾਗੀ ਸਿੰਘ ਜੁੜੇ ਹੋਏ ਨੇ, ਗ੍ਰੰਥੀ ਸਿੰਘ, ਅਖੰਡ ਪਾਠੀ ਸਿੰਘ ਜਿਹੜੇ ਡਿਊਟੀਆਂ ਲਾਉਂਦੇ ਨੇ ਘਰਾਂ 'ਚ। ਮੈਂ ਗਿਣਤੀ ਕਿੰਨੀ ਕੁ ਦੱਸਾਂ, ਅੰਦਾਜ਼ਾ ਨਹੀਂ ਮੇਰੇ ਕੋਲ ਕੋਈ ਗਿਣਤੀ ਦਾ ਹੈਗਾ, ਕਿਉਂਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਜ਼ਿਲ੍ਹਾ ਵਾਈਜ਼ ਸੇਵਾਦਾਰ ਲਾਏ ਹੋਏ ਨੇ। ਉਹ ਜ਼ਿਲ੍ਹਾ ਵਾਈਜ਼ ਸੇਵਾਦਾਰਾਂ ਦੀ ਗਿਣਤੀ ਦੇ ਵਿੱਚ ਨੇ ਵੀ ਸਾਡੇ ਜ਼ਿਲ੍ਹੇ ਦੇ ਵਿੱਚੋਂ ਮੇਰੇ ਨਾਲ ਸਭਾ ਦੇ ਨਾਲ ਕਿੰਨੇ ਕੁ ਸਿੰਘ ਜੁੜੇ ਹੋਏ ਨੇ। ਤਾਂ ਬਹੁਤ ਬੜਾ ਲੰਮਾ ਕਾਫਲਾ, ਗੁਰੂ ਸਾਹਿਬ ਦੀ ਕਿਰਪਾ ਵਾ। ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਵੱਡਾ ਪਲੇਟਫਾਰਮ ਬਣੇਗਾ, ਗੁਰੂ ਸਾਹਿਬ ਕਿਰਪਾ ਕਰੇਗਾ। ਤਾਂ ਮੈਂ ਸਮਝਦਾ ਵਾਂ ਵੀ ਸਾਡਾ ਬਹੁਤ ਵੱਡਾ ਉੱਤਮ ਪਲੇਟਫਾਰਮ ਆ। ਇਕੱਠੇ ਹੋ ਕੇ ਜਦੋਂ ਕੋਈ ਸਭਾ ਵੱਲੋਂ ਕੋਈ ਗੱਲ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਆ ਜਾਂ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕੀਤੀ ਜਾਂਦੀ ਆ, ਸਾਡੀ ਛੇਤੀ ਸਵੀਕਾਰ ਹੋ ਜਾਂਦੀ, ਕਿਉਂਕਿ ਪਤਾ ਲੱਗ ਜਾਂਦਾ ਵੀ ਜਥੇਬੰਦੀ ਹੈਗੀ ਆ। ਪ੍ਰਧਾਨ ਜੀ, ਆਖਰੀ ਸਵਾਲ, ਤੁਸੀਂ ਜਾਂਦੇ ਗ੍ਰੰਥੀ ਸਿੰਘਾਂ ਨੂੰ ਕੀ ਸੁਨੇਹਾ ਦੇ ਕੇ ਜਾਓਗੇ? ਮੈਂ ਗ੍ਰੰਥੀ ਸਿੰਘਾਂ ਨੂੰ ਮੈਂ ਕੌਣ ਹੈ ਸੁਨੇਹਾ ਦੇਣ ਜੋਗਾ? ਗੁਰਬਾਣੀ ਦਾ ਪ੍ਰਮਾਣ ਤਿਨਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦੇਓ। ਗੁਰੂ ਕੇ ਗ੍ਰੰਥੀ, ਗੁਰੂ ਕੇ ਅਖੰਡ ਪਾਠੀ ਜਿਹੜੇ 24 ਘੰਟੇ ਬਾਣੀ ਪੜ੍ਹਦੇ ਨੇ, ਉਹਨਾਂ ਨੂੰ ਮੇਰੇ ਵਰਗਾ ਨਿਮਾਣਾ ਬੰਦਾ ਕੀ ਸੰਦੇਸ਼ ਦੇ ਸਕਦਾ? ਮੈਂ ਤਾਂ ਬੇਨਤੀ ਕਰਾਂਗਾ, ਇੱਕ ਅਪੀਲ ਕਰਾਂਗਾ ਵੀ ਆਪਾਂ ਇੱਕ ਪਲੇਟਫਾਰਮ 'ਤੇ ਹੋਈਏ। ਬਾਬਾ ਬੁੱਢਾ ਜੀ ਸ਼੍ਰੋਮਣੀ ਗ੍ਰੰਥੀ ਸਭਾ ਜੋ ਰਜਿਸਟਰ ਹੋ ਚੁੱਕੀ ਹੈ, ਪੰਜਾਬ ਦੇ ਵਿੱਚ ਸਾਰਿਆਂ ਜ਼ਿਲ੍ਹਿਆਂ ਦੇ, ਤਕਰੀਬਨ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਇਹ ਸੇਵਾ ਨਿਭਾ ਰਹੀ ਆ। ਅਤੇ ਗ੍ਰੰਥੀ, ਰਾਗੀ ਸਿੰਘ, ਅਖੰਡ ਪਾਠੀ ਸਿੰਘ, ਕਵੀਸ਼ਰ ਵੀਰ ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਸੇਵਾ ਨਿਭਾਉਂਦੇ ਆ, ਇੱਕ ਜ਼ਰੂਰੀ ਨਹੀਂ ਗ੍ਰੰਥੀ ਅਖੰਡ ਪਾਠੀ ਆ, ਕੋਈ ਵੀ ਸਿੰਘ ਜਿਹੜਾ, ਬੀਬੀਆਂ, ਭੈਣਾਂ, ਵੀਰ, ਗੁਰਮੁਖ ਪਿਆਰੇ ਗੁਰਸਿੱਖ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਰਹਿ ਕੇ ਸੇਵਾ ਨਿਭਾਉਂਦੇ ਆ ਕਿਸੇ ਵੀ ਤਰ੍ਹਾਂ ਦੀ, ਉਹ ਸਾਰੀ ਸਭਾ ਦੇ ਨਾਲ ਜੁੜਨ। ਸਭਾ ਉਹਨਾਂ ਦੇ ਨਾਲ ਤੁਰੇਗੀ, ਹਰ ਥਾਂ ਦੇ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਨਾਲ ਸਾਂਝੀ ਵਾਲਤਾ ਦੀ ਪ੍ਰਤੀਕ ਹੋਵੇਗੀ। ਇਹ ਸਨ ਭਾਈ ਸਰਦੂਲ ਸਿੰਘ ਜੀ ਚੀਮਾ, ਜਿਨ੍ਹਾਂ ਨੇ ਗ੍ਰੰਥੀ ਸਿੰਘਾਂ ਦੇ ਹਾਲਾਤਾਂ ਨੂੰ ਬਿਆਨ ਕੀਤਾ। ਤੁਸੀਂ ਦੇਖ ਰਹੇ ਹੋ LBS ਨਿਊਜ਼। ਮੈਂ ਮਨਪ੍ਰੀਤ ਸਿੰਘ ਆਜ਼ਾਦ, ਧੰਨਵਾਦ।